ਪ੍ਰਸਾਦ। ਚਕਰ ਚਿਹਨ ਅਰ ਵਰਨ ਜਾਤ, ਅਰਪਾਤ ਨਹਿਨ ਜੇ। ਰੂਪ ਰੰਗ ਅਰ ਰੇਖ ਵੇਖ, ਕੋ ਕਹਿ ਨਾ ਸਕਤ ਕੇ। ਅਚਲ ਮੂਰਤ ਅਨਭਉ ਪ੍ਰਕਾਸ਼, ਅੰਤੋਜ ਕਹੀਜੈ। ਕੋਟ ਇੰਦਰ ਇੰਦਰਾਣ, ਸ਼ਹ ਸ਼ਾਹਣ ਗਣਿਜੈ। ਤ੍ਰਿਭਵਨ ਮਹੀਪ, ਸੁਰ ਨਰ ਆਸੁਰ। ਨੇਤ ਨੇਤ ਬਾਨਾਮ ਤ੍ਰਿਣ ਕਹਿਤ, ਤਬ ਸਰਬ ਨਾਮ ਕਥੈ ਕਮਨ। ਕਰਮ ਨਾਮ ਵਰਣਤ ਸੁਮਤ, ਬੇਸੁਮਾਰ ਯਥਾ। ਅਗਨਤ ਅਤੁਲੈ, ਜਿਉ ਬਲਾਵੋ ਤਿਉ ਨਾਨਕ ਦਾਸ ਬੋਲੇ। ਜਿਉ ਬਲਾਵੋ ਤਿਉ ਨਾਨਕ ਦਾਸ ਬੋਲੇ। ਤੂੰ ਸੁਲਤਾਨ ਕਹਾ ਹਾਮੀਆ, ਤੇਰੀ ਕਮਨ ਵਡਾਈ। ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਵਾਹਿਗੁਰੂ ਸਾਹਿਬ ਜੀ। ਗੌੜੀ ਚਿਤੀ ਮਹਲਾ ਪਹਿਲਾ। ਅਵਰ ਪੰਚ ਹਮ ਏਕ ਜਨਾ, ਕਿਉ ਰਾਖਾ ਘਰ ਬਾਰ ਮਨਾ। ਅਵਰ ਪੰਚ ਹਮ ਏਕ ਜਨਾ, ਕਿਉ ਰਾਖਾ ਘਰ ਬਾਰ ਮਨਾ। ਮਾਰੈ ਲੁਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ। ਸ਼੍ਰੀ ਰਾਮ ਨਾਮਾ ਉਚਰ ਮਨਾ, ਆਗੈ ਜਮ ਦਲ ਬਿਖਮ ਘਨਾ। ਰਹਾਉ ਉਸਾਰ ਮੜੋਲੀ, ਰਾਖੈ ਦਵਾਰਾ। ਭੀਤਰ ਬੈਠੀ ਸਾਧਨਾ, ਅੰਮ੍ਰਿਤ ਕੇਲ ਕਰੇ ਨਿਤ ਕਾਮਣ। ਅਵਰ ਲੁਟੇਨ ਸਭ ਪੰਚ ਜਨਾ, ਤਾਹੇ ਮੜੋਲੀ ਲੁਟਿਆ ਦੇਹੁਰਾ। ਸਾਧਨ ਪਕੜੇ ਇਕ ਜਨਾ, ਜਮ ਡੰਡਾ ਗਲ ਸੰਗਲ ਪੜਿਆ। ਭਾਗ ਗਏ ਸੀ ਪੰਚ ਜਨਾ, ਕਾਮਣ ਲੋੜੈ ਸੋਇਨਾ ਰੂਪਾ। ਮਿੱਤਰ ਲੁੜੇਨ ਸੁਖਾ ਦਾਤਾ, ਨਾਨਕ ਪਾਪ ਕਰੇ ਤਿਨ ਕਾਰਣ। ਜਾਸੀ ਜੰਪੁਰ ਬਾਦਾਤਾ,
ਕਾਮਣ ਲੋੜੈ ਸੋਇ ਨਾ ਰੂਪਾ, ਮਿੱਤਰ ਰੁੜੇਨ ਸੁਖ ਦਾਤਾ। ਨਾਨਕ ਪਾਪ ਕਰੇ ਤਿਨ ਕਾਰਨ, ਜਾਸੀ ਜੰਪੁਰ ਵਾਦਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ 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 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਤੇ ਨਿੱਘੀ ਗੋਦ ਚ ਸ਼ੋਭਾਇਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਗੁਰ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਵੱਡ ਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ, ਆਨੰਦਮਈ ਬਾਣੀ ਦੇ ਆਨੰਦ ਮਾਣ ਰਹੇ। ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਨੇ ਗੁਰਬਾਣੀ ਦੇ ਹਰ ਜਸ ਕੀਰਤਨ ਸਰਵਣ ਕੀਤੇ ਨੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਨਾਲ ਜੋੜਦੇ ਹੋਏ ਲੜੀਵਾਰ ਵਿਚਾਰ, ਗੁਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ। ਦੀਨ ਦੁਨੀ ਦੇ ਮਾਲਕ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਗੌੜੀ ਦੇ ਵਿੱਚ ਸ਼ੋਭਾਇਮਾਨ ਹੈ। ਔਰ ਇਸ ਪਾਵਨ ਸ਼ਬਦ ਦੁਆਰਾ ਸਤਿਗੁਰ ਪਾਤਸ਼ਾਹ ਜੀ ਹਦਾਇਤ ਕਰਦੇ ਪਏ ਨੇ, ਹੁਕਮ ਕਰਦੇ ਪਏ ਨੇ। ਮਨਾ ਉਹ ਪ੍ਰਭੂ ਪਰਿਪੂਰਨ ਪਰਮਾਤਮਾ ਪਰਮੇਸ਼ਰ ਜੋ ਸ਼੍ਰੋਮਣੀ ਹੈ, ਵੱਡਾ ਹੈ, ਉਹਦਾ ਨਾਮ ਆਪਣੀ ਰਸਨਾ ਤੋਂ ਉਚਾਰਨ ਕਰਿਆ ਕਰ। ਸ਼੍ਰੀ ਰਾਮ ਨਾਮਾ ਉਚਰ ਮਨਾ। ਸੰਬੋਧਨ ਮਨ ਨੂੰ ਹੈ, ਸਮਝਾਇਆ ਸਾਨੂੰ ਸੰਸਾਰਕ ਜੀਵਾਂ ਨੂੰ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੀ ਨਾਮ ਜਪਣ ਵਾਲਾ ਜੋ ਸਿਧਾਂਤ ਹੈ, ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ, ਇੱਕ ਪਰਮੇਸ਼ਰ ਦੀ ਵਿਆਖਿਆ, ਇੱਕ ਪਰਮੇਸ਼ਰ ਦਾ ਸਿਧਾਂਤ, ਇੱਕ ਪਰਮੇਸ਼ਰ ਦੀ ਗੱਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਨਮੁਖ ਰੱਖੀ ਹੈ। ਉਹਨਾਂ ਨੇ ਇਹ ਗੱਲ ਸਮਝਾਉਣਾ ਕੀਤੀ ਹੈ ਕਿ ਭਾਈ ਪਰਮੇਸ਼ਰ ਇੱਕੋ ਹੀ ਹੈ, ਮਾਲਕ ਇੱਕੋ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ ਇੱਕੋ ਹੈ। ਉਹਦਾ ਨਾਮ ਆਪਣੀ ਰਸਨਾ ਦੇ ਨਾਲ ਉਚਾਰ। ਪਰਮੇਸ਼ਰ ਦਾ ਨਾਮ ਜਪਣ ਦੀ ਜ਼ਰੂਰਤ ਕਿਉਂ ਹੈ, ਲੋੜ ਕਿਉਂ ਹੈ? ਇਹ ਮਨੁੱਖਾ ਜਨਮ ਸਾਨੂੰ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਹੀ ਪ੍ਰਾਪਤ ਹੋਇਆ ਹੈ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਮਤ ਭਰਮ ਭੂਲੋ ਭੂਲੋ। ਕਲਯੁਗ ਦੇ ਵਿੱਚ ਕੇਵਲ ਤੇ ਕੇਵਲ ਪਰਮੇਸ਼ਰ ਦੀ ਕੀਰਤੀ ਸ੍ਰੇਸ਼ਟ ਹੈ। ਪਰਮੇਸ਼ਰ ਦੀ ਕੀਰਤੀ ਤੋਂ ਇਲਾਵਾ ਹੋਰ ਜਿੰਨੇ ਮਰਜ਼ੀ ਕੋਈ ਕਰਮ ਕਾਂਡ ਕਰੀ ਜਾਵੇ, ਪੁੰਨ ਦਾਨ ਜਪ ਤਪ ਜੇਤੇ, ਸਭ ਉਪਰ ਨਾਮ। ਜਿੰਨੇ ਵੀ ਪੁੰਨ ਦਾਨ ਜਪ ਤਪ ਆਦਿਕ ਕੋਈ ਕਰੇ, ਸਾਰਿਆਂ ਤੋਂ ਸ੍ਰੇਸ਼ਟ ਪਰਮੇਸ਼ਰ ਦਾ ਨਾਮ ਹੈ।
ਸਤਿਗੁਰੂ ਕਹਿੰਦੇ ਉਹਦਾ ਨਾਮ ਆਪਣੀ ਰਸਨਾ ਦੇ ਨਾਲ ਉਚਾਰਨ ਕਰਿਆ ਕਰ, ਕਿਉਂਕਿ ਆਗੇ ਜਮ ਦਲ ਬਿਖਮ ਘੜਾ। ਅੱਗੇ ਜਿਹੜਾ ਜੰਮਾਂ ਦਾ ਦਲ ਹੈ ਨਾ, ਬਿਖਮ ਕਹਿੰਦੇ ਔਖਾ ਹੈ, ਅਗਲਾ ਰਾਹ ਬੜਾ ਔਖਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਜਾ ਕੇ ਇਹਨੂੰ ਇਸ ਤਰ੍ਹਾਂ ਕਹਿ ਦਿੰਦੇ ਨੇ, ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ। ਜਿਸ ਰਾਹ ਦੇ, ਜਿਸ ਮਾਰਗ ਦੇ, ਜਿਸ ਪੈਂਡੇ ਦੇ ਕੋ ਨਹੀਂ ਗਿਣੇ ਜਾ ਸਕਦੇ, ਬੜਾ ਲੰਬਾ ਪੈਂਡਾ ਹੈ, ਬੜੀ ਬਿਖਮ ਘਾਟੀ ਹੈ, ਬੜਾ ਔਖਾ ਕੰਮ ਹੈ। ਪਰ ਉਹ ਪੈਂਡਾ ਵੀ ਸੌਖਾ ਤੈਅ ਹੋ ਸਕਦਾ ਹੈ ਬਾ ਸ਼ਰਤ ਜੇ ਕਿਤੇ ਤੇਰੇ ਕੋਲ ਹਰੀ ਨਾਮ ਦਾ ਤੋਸਾ ਆਸਰਾ ਹੈ। ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਤੋਸਾ ਫਾਰਸੀ ਦਾ ਸ਼ਬਦ ਹੈ। ਤੋਸਾ ਪ੍ਰਸ਼ਾਦੇ ਨੂੰ ਕਹਿੰਦੇ ਨੇ, ਰੋਟੀ ਨੂੰ ਕਹਿੰਦੇ ਨੇ। ਪ੍ਰਸ਼ਾਦਾ ਸਹਾਰਾ ਦਿੰਦਾ, ਸਾਡੇ ਸਰੀਰ ਨੂੰ ਆਸਰਾ ਦਿੰਦਾ। ਪਰਮੇਸ਼ਰ ਦਾ ਨਾਮ ਸਹਾਰਾ ਹੈ ਸਾਡੇ ਵਾਸਤੇ। ਜਿਹੜਾ ਪੈਂਡਾ, ਜਿਹੜਾ ਰਾਹ ਹਨੇਰੇ ਨਾਲ ਹੀ ਭਰਿਆ ਪਿਆ ਹੈ, ਉਸ ਪੈਂਡੇ ਵਿੱਚ ਚਾਨਣ ਦੀ ਜ਼ਰੂਰਤ ਹੈ, ਲੋੜ ਹੈ, ਤੇ ਉਹ ਚਾਨਣ ਹੈ ਪਰਮੇਸ਼ਰ ਦੇ ਨਾਮ ਦਾ। ਜੈ ਪੈਂਡਾ ਮਹਾਨੰਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਹਰੀ ਦਾ ਨਾਮ ਉਜਿਆਰਾ ਕਰ ਦੇਣ ਵਾਲਾ ਹੈ, ਚਾਨਣ ਕਰ ਦੇਣ ਵਾਲਾ ਹੈ। ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਦੇ ਪਏ ਨੇ ਇਸ ਪਾਵਨ ਸ਼ਬਦ ਅੰਦਰ। ਉਹ ਪ੍ਰਭੂ ਪਰਿਪੂਰਨ ਪਰਮਾਤਮਾ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨ ਦੀ ਹਦਾਇਤ ਕਰਦੇ ਪਏ ਨੇ। ਜਿੱਥੇ ਮੇਰੇ ਸ਼ਹਿਨਸ਼ਾਹ ਪਿਤਾ ਨੇ ਪਰਮੇਸ਼ਰ ਦੇ ਨਾਮ ਨਾਲ ਜੁੜਨ ਦੀ ਹਦਾਇਤ ਕੀਤੀ ਨਾ, ਨਾਲ ਹੀ ਇੱਕ ਆਪਣੇ ਜੀਵਨ ਦੇ ਵਿੱਚ ਝਾਤੀ ਮਾਰਨ ਵਾਸਤੇ ਕਿਹਾ, ਜਿੱਥੋਂ ਸ਼ਬਦ ਦੀ ਆਰੰਭਤਾ ਹੁੰਦੀ ਪਈ ਹੈ। ਸਾਨੂੰ ਉਸੇ ਚੀਜ਼ ਦਾ ਗਿਆਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਦੇ ਅੰਦਰ ਦਿੰਦੇ ਪਏ ਨੇ। ਪਰ ਸਾਨੂੰ ਪਤਾ ਹੈ ਅਸੀਂ ਇੱਕ ਹਾਂ ਤੇ ਸਾਨੂੰ ਇੱਕ ਨੂੰ ਲੁੱਟਣ ਵਾਲੇ ਪੰਜ ਨੇ। ਇੱਕ ਜਗ੍ਹਾ ਤੇ ਅੰਮ੍ਰਿਤਮਈ ਬਾਣੀ ਅੰਦਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਸ ਦੇ ਹੀ ਅੰਦਰ ਪੰਜ ਚੋਰ ਵਸੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। ਇਹ ਕਰਮ ਕੀ ਕਰਦੇ ਪਏ ਨੇ, ਕੰਮ ਕੀ ਕਰਦੇ ਪਏ ਨੇ? ਇਹ ਅੰਮ੍ਰਿਤ ਲੁੱਟੈ, ਮਨ ਮੁਖ ਨਹੀਂ ਬੂਝੈ। ਇਹ ਸ਼ੁਭ ਗੁਣਾਂ ਨੂੰ ਲੁੱਟਦੇ ਪਏ ਨੇ। ਸਾਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ ਪਈ। ਪੰਜ ਔਗਣ ਨੇ, ਪੰਜ ਵਿਕਾਰ ਨੇ। ਇਹ ਪੰਜੇ ਵਿਕਾਰ ਸਾਡੇ ਜੀਵਨ ਨੂੰ ਤਬਾਹ ਕਰੀ ਜਾਂਦੇ ਨੇ। ਇੱਕ ਜਾਣਾ ਪੰਜਾਂ ਤੋਂ ਕਿਵੇਂ ਬਚ ਸਕੇ, ਬੜੀ ਕਠਿਨਾਈ ਹੈ, ਬੜਾ ਔਖਾ ਹੈ ਇੱਕ ਜਾਣੇ ਦਾ ਪੰਜ ਤੋਂ ਬਚਣਾ। ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ। ਅਵਰ ਪੰਜ ਜਿੱਥੋਂ ਆਰੰਭਤਾ ਹੁੰਦੀ ਸ਼ਬਦ ਦੀ, ਹਮ ਏਕ ਜਨਾ। ਇਹ ਪੰਜ ਨੇ, ਅਸੀਂ ਇੱਕ ਹਾਂ। ਕਿਵੇਂ ਆਪਣਾ ਘਰ-ਬਾਰ ਬਚਾਈਏ, ਕਿਵੇਂ ਆਪਣੇ ਗੁਣਾਂ ਨੂੰ ਬਚਾਈਏ, ਸ਼ੁਭ ਗੁਣਾਂ ਨੂੰ, ਕਿਵੇਂ ਆਪਣੇ ਆਤਮਿਕ ਗੁਣਾਂ ਨੂੰ ਬਚਾਈਏ। ਕਿਉਂ ਰੱਖੋ ਘਰ-ਬਾਰ ਬਣਾ, ਕਿਵੇਂ ਰੱਖੀਏ। ਨਿਤਾ ਪ੍ਰਤੀ ਸਾਡੇ ਨਾਲ ਧੱਕਾ ਕਰਦੇ ਪਏ ਨੇ। ਉਹ ਧੱਕਾ ਹੁੰਦਾ ਕਿਉਂ ਪਿਆ? ਮਨੁੱਖ ਦੇ ਨਾਲ ਇਹ ਪੰਜ ਵਿਕਾਰ ਧੱਕਾ ਕਰ ਕਿਉਂ ਰਹੇ ਨੇ? ਇਹਦਾ ਕਾਰਨ ਕੀ ਜੇ? ਉਸ ਮਨੁੱਖ ਨਾਲ ਧੱਕਾ ਹੁੰਦਾ ਪਿਆ ਏ ਜਿਹੜਾ ਉਹ ਪ੍ਰਭੂ ਪਰਿਪੂਰਨ ਪਰਮਾਤਮਾ ਪਰਮੇਸ਼ਰ ਨੂੰ ਭੁੱਲ ਗਿਆ।
ਉਹਦੇ ਨਾਲ ਧੱਕਾ ਨਹੀਂ ਹੁੰਦਾ ਜਿਹਨੂੰ ਮਾਲਕ ਚੇਤੇ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਸ਼ਬਦ ਚੇਤੇ ਆਇਆ। ਉਹ ਕਹਿੰਦੇ, ਮੈਂ ਮਾਲਕ ਦਾ, ਪਰਮੇਸ਼ਰ ਦਾ ਪਹਿਲਵਾਨ ਆ। ਇਹ ਸੰਸਾਰ ਇੱਕ ਅਖਾੜਾ ਹੈ, ਸਾਰਿਆਂ ਵਾਸਤੇ ਹੀ ਹੈ। ਹਾਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਊਚ ਦੁਮਲੜਾ। ਗੁਰੂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਮੇਰੇ ਹੱਥ ਝੰਡੀ ਫੜਾਤੀ। ਬਾਸ਼ਰਤ ਭਰੋਸਾ, ਵਿਸ਼ਵਾਸ, ਪ੍ਰਭੂ ਪਰਿਪੂਰਨ ਪਰਮਾਤਮਾ ਪਰਮੇਸ਼ਰ ਤੇ ਵਿਸ਼ਵਾਸ ਹੈ ਤੇ ਇਹਨਾਂ ਪੰਜਾਂ ਤੋਂ ਬਚਿਆ ਜਾ ਸਕਦਾ। ਭਰੋਸਾ ਨਹੀਂ ਤੇ ਬਚਿਆ ਨਹੀਂ ਜਾ ਸਕਦਾ। ਬੜਾ ਕਠਿਨ ਜੇ। ਇੱਕ ਥਾਂ ਤੇ ਅੰਮ੍ਰਿਤਮਈ ਬਾਣੀ ਅੰਦਰ ਇਸ ਤਰ੍ਹਾਂ ਵੀ ਕਿਹਾ, ਮਿਰਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਕੈ, ਤਾਂ ਕੀ ਕੇਤਕ ਆਸ। ਇਹ ਜਿਹੜੇ ਪੰਜ ਨਾਂ ਆਪਾਂ ਗਿਣੇ ਨੇ, ਹਿਰਨ ਹੈ, ਮੱਛੀ ਹੈ, ਪਤੰਗਾ ਹੈ, ਭੌਰਾ ਹੈ, ਹਾਥੀ ਹੈ। ਇਹਨਾਂ ਨੂੰ ਇੱਕ ਇੱਕ ਦੋਸ਼ ਹੈ। ਇਹਨਾਂ ਪੰਜਾਂ ਨੂੰ, ਹਿਰਨ ਨੂੰ ਇੱਕੋ ਹੀ ਦੋਖ ਹੈ, ਇੱਕੋ ਹੀ ਦੋਸ਼ ਹੈ ਇਹਦੇ ਵਿੱਚ ਕਿ ਘੰਡੇ ਹੇੜੇ ਦੀ ਆਵਾਜ਼ ਸੁਣ ਕੇ ਜਿੱਧਰੋਂ ਆਵਾਜ਼ ਆਉਂਦੀ ਹੈ ਉਸ ਪਾਸੇ ਨੂੰ ਭੱਜਿਆ ਜਾਂਦਾ ਹੈ। ਇਹਨੂੰ ਕਹਿੰਦੇ ਸ਼ਬਦ। ਸ਼ਬਦ, ਸਪਰਸ਼, ਰੂਪ, ਗੰਧ, ਇਹ ਪੰਜ ਜਿਹੜੇ ਨੇ, ਪੰਜਾਂ ਵਿਕਾਰਾਂ ਦੇ ਨਾਲ ਪੰਜਾਂ ਦਾ ਸੰਬੰਧ ਹੈ। ਸ਼ਬਦ ਦਾ ਸੰਬੰਧ ਹੈ ਕੰਨਾਂ ਨਾਲ, ਸਪਰਸ਼ ਦਾ ਸੰਬੰਧ ਹੈ ਸਰੀਰ ਚਮੜੀ ਨਾਲ, ਰੂਪ ਦਾ ਸੰਬੰਧ ਹੈ ਨੇਤਰਾਂ ਦੇ ਨਾਲ, ਸੁਗੰਧੀ ਦਾ ਸੰਬੰਧ ਹੈ ਨਾਸਕਾਂ ਦੇ ਨਾਲ, ਤੇ ਰਸ ਦਾ ਸੰਬੰਧ ਹੈ ਰਸਨਾ ਦੇ ਨਾਲ। ਇਹ ਪੰਜੇ ਦੋਖ ਸਾਡੇ ਵਿੱਚ ਰਹੇ। ਰੂਪ ਅਸੀਂ ਵੇਖਦੇ ਪਏ ਹਾਂ, ਗੰਧ ਸੁਗੰਧ ਅਸੀਂ ਲੈਂਦੇ ਪਏ ਹਾਂ, ਰਸ ਸਾਡੀ ਰਸਨਾ ਲੈਂਦੀ ਪਈ ਹੈ, ਕੰਨਾਂ ਦੀ ਸਰੂਤ ਸਾਡੇ ਕੋਲ ਹੈ, ਸਪਰਸ਼ ਅਸੀਂ ਕਰਦੇ ਹਾਂ। ਪਰ ਇਹਨਾਂ ਪੰਜਾਂ ਦੇ ਵਿੱਚ ਇੱਕ ਇੱਕ ਹੈ, ਇੱਕ ਇੱਕ ਵਿਕਾਰ ਹੈ ਇਹਨਾਂ ਪੰਜਾਂ ਵਿੱਚ। ਹਿਰਨ ਦੇ ਵਿੱਚ ਇੱਕੋ ਇੱਕ ਦੋਸ਼ ਹੈ ਕਿ ਘੰਡੇ ਹੇੜੇ ਦੀ ਆਵਾਜ਼ ਸੁਣਦਾ ਏ ਤੇ ਜਿੱਧਰੋਂ ਦੀ ਆਵਾਜ਼ ਸੁਣਦਾ ਉਸ ਪਾਸੇ ਨੂੰ ਦੌੜ ਪੈਂਦਾ ਹੈ, ਭੱਜ ਪੈਂਦਾ ਹੈ। ਆਵਾਜ਼ ਬੜੀ ਸੁਹਾਵਣੀ ਹੈ, ਆਵਾਜ਼ ਬੜੀ ਸੋਹਣੀ ਹੈ। ਜਦੋਂ ਉਸ ਆਵਾਜ਼ ਨੂੰ ਸੁਣਦਾ ਉਸ ਪਾਸੇ ਨੂੰ ਦੌੜਦਾ। ਤੇ ਘੜਿਆਲ ਤੇ ਵਜਾਇਆ ਸੀ ਸ਼ਿਕਾਰੀ ਨੇ ਇਸ ਨੂੰ ਪਕੜਨ ਵਾਸਤੇ, ਆਵਾਜ਼ ਤੇ ਕੀਤੀ ਸੀ ਸ਼ਿਕਾਰੀ ਨੇ। ਇਸ ਨੂੰ ਆਵਾਜ਼ ਨਾਲ ਤੇ ਪਿਆਰ ਹੈ, ਪਰ ਇਹਨੂੰ ਇਸ ਗੱਲ ਦਾ ਪਤਾ ਨਹੀਂ ਵੀ ਇਹ ਜਿਹੜੀ ਆਵਾਜ਼ ਆ ਰਹੀ ਹੈ ਇਹ ਇੱਕ ਆਵਾਜ਼ ਸ਼ਿਕਾਰੀ ਕਰ ਰਿਹਾ ਹੈ। ਇਹ ਘੜਿਆਲ ਸ਼ਿਕਾਰੀ ਨੇ ਵਜਾਇਆ ਹੈ ਮੈਨੂੰ ਪਕੜਨ ਵਾਸਤੇ। ਇੱਕ ਇਹਦੇ ਚ ਦੋਸ਼ ਹੈ, ਇੱਕ ਇਹਦੇ ਚ ਕਮੀ ਹੈ, ਇੱਕ ਇਹਦੇ ਚ ਘਾਟ ਹੈ ਕਿ ਇਹ ਸਰੋਤ ਨੂੰ ਲੈ ਕੇ, ਉਸ ਕੰਡੇ ਹਾਰੇ ਦੀ ਆਵਾਜ਼ ਨੂੰ ਲੈ ਕੇ ਉਸ ਪਾਸੇ ਭੱਜ ਪੈਂਦਾ ਹੈ ਤੇ ਭੱਜਿਆ ਜਾਂਦਾ ਹੈ, ਸ਼ਿਕਾਰੀ ਦੇ ਕਾਬੂ ਵਿੱਚ ਆ ਜਾਂਦਾ ਹੈ, ਸ਼ਿਕਾਰੀ ਪਕੜ ਲੈਂਦਾ ਹੈ। ਮੱਛੀ ਦੇ ਵਿੱਚ ਇੱਕੋ ਇੱਕ ਦੋਸ਼ ਹੈ ਰਸਨਾ ਦਾ। ਕੁੰਡੀ ਲਾਈ, ਕੁੰਡੀ ਲਾਉਣ ਵਾਲੇ ਨੇ ਉਸ ਕੁੰਡੀ ਦੇ ਨਾਲ ਮਾਸ ਦਾ ਟੁਕੜਾ ਲਾਤਾ ਹੈ। ਇਸ ਨੂੰ ਪਤਾ ਲੱਗਿਆ ਤੇ ਦੌੜੀ ਆਈ ਉਸ ਮਾਸ ਦੇ ਟੁਕੜੇ ਨੂੰ ਖਾਣ ਵਾਸਤੇ। ਇਹਨੂੰ ਇਸ ਗੱਲ ਦੀ ਤੇ ਜਾਣਕਾਰੀ ਨਹੀਂ, ਇਸ ਗੱਲ ਦਾ ਤੇ ਪਤਾ ਹੀ ਨਹੀਂ
ਕਿ ਜਿਹੜੀ ਸ਼ਿਕਾਰੀ ਨੇ ਕੁੰਡੀ ਲਾਈ ਹੋਈ ਹੈ, ਮੈਨੂੰ ਪਕੜਨ ਵਾਸਤੇ ਮੈਂ ਇਹਦੇ ਵਿੱਚ ਕਾਬੂ ਆ ਜਾਵਾਂਗੀ, ਪਕੜੀ ਜਾਵਾਂਗੀ। ਆਈ ਆ ਕੇ ਇਹਨੇ ਤੇ ਉਸ ਮਾਸ ਨੂੰ ਖਾਣਾ ਚਾਹਿਆ, ਆਪਣੀ ਰਸਨਾ ਦਾ ਰਸ ਪੂਰਾ ਕਰਨਾ ਚਾਹਿਆ ਇਹਨੇ। ਆਈ ਤੇ ਇੱਕਦਮ ਪਕੜਨ ਲੱਗੀ ਤੇ ਕੁੰਡੀ ਦੇ ਵਿੱਚ ਕਾਬੂ ਆ ਗਈ, ਸ਼ਿਕਾਰੀ ਪਕੜ ਕੇ ਲੈ ਗਿਆ। ਪਤੰਗਾ ਵੇਖਦੇ ਆ, ਸੁਭਾਵਕ ਕਿ ਮੇਰੇ ਸਤਿਕਾਰਯੋਗ ਬਜ਼ੁਰਗ ਬੈਠੇ ਹੋਏ ਨੇ, ਨਾ ਉਹ ਸਮਾਂ ਤੱਕਿਆ ਹੋਵੇਗਾ ਜਦੋਂ ਦੀਵੇ ਬਲਦੇ ਸਨ, ਤੇ ਉਸ ਦੀਵੇ ਦੇ ਰੂਪ ਨੂੰ ਵੇਖ ਕੇ ਪਤੰਗਾ ਦੌੜਿਆ ਆਉਂਦਾ ਹੈ ਉਸ ਦੀਵੇ ਨੂੰ ਸਪਰਸ਼ ਕਰਨ ਵਾਸਤੇ। ਉਹਦੀ ਲਾਟ ਨੂੰ ਵੇਖ ਕੇ ਉਹਦੇ ਨਜ਼ਦੀਕ ਹੋਇਆ, ਉਹਦੇ ਨੇੜੇ ਹੋਇਆ, ਉਹਨੇ ਸਾੜ ਕੇ ਰੱਖਤਾ, ਖਤਮ ਕਰਕੇ ਰੱਖਤਾ। ਚੌਥੀ ਗੱਲ ਕਰਦੇ ਨੇ ਭੌਰੇ ਦੀ। ਭੌਰੇ ਦੇ ਵਿੱਚ ਇੱਕ ਕਮੀ ਹੈ, ਉਹ ਹੈ ਰਸ ਦੀ, ਸੁਗੰਧੀ ਦੀ। ਉਹਨੂੰ ਸੁਗੰਧੀ ਆਈ, ਕਬਲ ਫੁੱਲ ਖਿੜਿਆ ਤੇ ਉਹਦੇ ਤੱਕ ਸੁਗੰਧੀ ਪਹੁੰਚੀ। ਉਸ ਸੁਗੰਧੀ ਨੂੰ ਲੈਣ ਵਾਸਤੇ ਕਬਲ ਦੇ ਉੱਤੇ ਆਣ ਬੈਠਿਆ। ਇੰਨਾ ਕੁ ਮੁਗਧ ਹੋ ਗਿਆ, ਇੰਨਾ ਕੁ ਮੁਗਧ ਹੋ ਗਿਆ ਉਸ ਸੁਗੰਧੀ ਦੇ ਵਿੱਚ, ਭੁੱਲ ਗਿਆ ਆਪਣੇ ਆਪ ਨੂੰ। ਸੰਧਿਆ ਹੋ ਗਈ ਤੇ ਕਬਲ ਦੀਆਂ ਪੰਖੜੀਆਂ ਮੁੜ ਗਈਆਂ। ਭਰਵਾ ਉੱਥੇ ਹੀ ਆਪਣਾ ਦਮ ਤੋੜ ਗਿਆ, ਖਤਮ ਹੋ ਗਿਆ। ਇੱਕ ਇੱਕ ਦੋਸ਼ ਨੇ ਇਹਨਾਂ ਦੇ ਜੀਵਨ ਨੂੰ ਤਬਾਹ ਕਰਕੇ ਰੱਖਤਾ। ਇੱਕੋ ਇੱਕੋ ਹੈ। ਪੰਕਤੀ ਫੇਰ ਸੁਣਿਓ। ਮਿਰਗ, ਮੇਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਬਿਨਾਸ਼, ਪੰਚ ਦੋਖ ਅਸਾਧ ਜਾ ਕੈ, ਤਾਂ ਕਿ ਕੇਤਕ ਆਸ ਜਿਸ ਬੰਦੇ ਵਿੱਚ ਪੰਜ ਨੇ, ਉਹਦੀ ਆਸ ਕਿੱਥੋਂ ਰੱਖੀ ਜਾ ਸਕਦੀ ਵੀ ਬਚ ਸਕਦਾ? ਇੱਕ ਇੱਕ ਵਾਲੇ ਤੇ ਬਚੇ ਨਹੀਂ। ਇੱਕੋ ਇੱਕੋ ਦੋਸ਼ ਹੈ। ਹੁਣ ਪੰਜਵਾਂ ਰਹਿ ਗਿਆ ਹਾਥੀ। ਹੁਣ ਹਾਥੀ ਦੇ ਵਿੱਚ ਦੋਸ਼ ਹੈ ਸਪਰਸ਼ ਦਾ, ਕਾਮ ਦਾ ਦੋਸ਼ ਹੈ। ਭਗਤ ਕਬੀਰ ਜੀ ਦਾ ਇੱਕ ਬਚਨ ਆਉਂਦਾ ਹੈ, ਕਾਲ ਬੂਦ ਕੀ ਹਸਤਣੀ ਮਨ ਬੌਰਾ ਰੇ। ਕੀ ਕੀਤਾ ਸ਼ਿਕਾਰੀ ਨੇ? ਕਾਗਜ਼ ਦੀ ਹਥਣੀ ਬਣਾਈ ਹੈ। ਕਾਗਜ਼ ਦੀ ਹਥਣੀ ਬਣਾ ਕੇ ਬਿਲਕੁਲ ਉਹਨੂੰ ਹਾਥੀ ਵਰਗਾ ਰੂਪ ਦਿੱਤਾ ਹੈ। ਧਰਤੀ ਦੇ ਉੱਤੇ ਬੜਾ ਡੂੰਘਾ ਟੋਇਆ ਪੱਟ ਕੇ ਉਹਦੇ ਉੱਤੇ ਕੁਛ ਪੂਲੀਆਂ ਚੀਜ਼ਾਂ ਪਾ ਕੇ ਉਸ ਕਾਗਜ਼ ਦੀ ਹਸਤਣੀ ਨੂੰ ਉਸ ਟੋਏ ਦੇ ਉੱਤੇ ਖੜੀ ਕਰਤਾ ਹੈ। ਉਹ ਕਾਗਜ਼ ਦੀ ਹੈ, ਉਹਦਾ ਵੇਟ ਨਹੀਂ, ਵਜ਼ਨ ਨਹੀਂ, ਇਸ ਕਰਕੇ ਥੱਲੇ ਨਹੀਂ ਗਿਰੇ। ਹਾਥੀ ਨੇ ਦੂਰੋਂ ਵੇਖਿਆ, ਉਹਨੂੰ ਸਪਰਸ਼ ਕਰਨ ਵਾਸਤੇ ਸ਼ਿਕਾਰੀ ਤੇ ਪਾਸੇ ਲੁਕ ਕੇ ਬੈਠ ਗਿਆ। ਉਹਨੂੰ ਸਪਰਸ਼ ਕਰਨ ਵਾਸਤੇ ਆਇਆ, ਉਸ ਟੋਏ ਦੇ ਵਿੱਚ ਗਿਰ ਗਿਆ ਤੇ ਕਾਬੂ ਦੇ ਵਿੱਚ ਆ ਗਿਆ ਸ਼ਿਕਾਰੀ ਦੇ। ਹੁਣ ਇੱਕ ਇੱਕ ਦੋਸ਼ ਹੈ ਇਹਨਾਂ ਪੰਜਾਂ ਦੇ ਵਿੱਚ, ਤੇ ਇੱਕ ਇੱਕ ਦੋਸ਼ ਕਾਰਨ ਇਹ ਕਾਬੂ ਵਿੱਚ ਆ ਗਏ, ਆਪਣੇ ਜੀਵਨ ਨੂੰ ਤਬਾਹ ਕਰ ਬੈਠੇ, ਆਪਣੇ ਜੀਵਨ ਨੂੰ ਖਤਮ ਕਰ ਬੈਠੇ। ਮਨੁੱਖ ਵਿੱਚ ਪੰਜ ਨੇ, ਤੇ ਕਿਥੇ ਇਹਦੀ ਆਸ ਰੱਖੀ ਜਾ ਸਕਦੀ ਹੈ ਕਿ ਇਹਨਾਂ ਪੰਜਾਂ ਤੋਂ ਬਚ ਸਕਦਾ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਰਦੇ ਪਏ ਨੇ। ਅਵਰ ਪੰਚ ਹਮੇਕ ਜਨਾ ਕਿਉਂ ਰਾਖੋ ਘਰ ਬਾਰ ਮਨਾ। ਹੇ ਮੇਰੇ ਮਨਾ, ਮੈਂ ਆਪਣੇ ਸ਼ੁਭ ਗੁਣਾਂ ਨੂੰ ਕਿਵੇਂ ਬਚਾਵਾਂ? ਮਾਰੈ ਲੁੱਟੈ ਨੀਤ ਨੀਤ, ਨਿਤਾ ਪ੍ਰਤੀ ਮਾਰਦੇ ਪਏ ਨੇ। ਕਿਸੇ ਨੂੰ ਕ੍ਰੋਧ ਦੀ ਮਾਰ ਪੈਂਦੀ ਪਈ ਹੈ, ਕਿਸੇ ਨੂੰ ਲੋਭ ਦੀ ਮਾਰ ਪੈਂਦੀ ਪਈ ਹੈ, ਕਿਸੇ ਨੂੰ ਮੋਹ ਦੀ ਮਾਰ ਪੈਂਦੀ ਪਈ ਹੈ, ਕਿਸੇ ਨੂੰ ਕਾਮ ਦੀ ਮਾਰ ਪੈਂਦੀ, ਮੈਨੂੰ ਖਿਮਾ ਕਰਿਓ, ਕਿਸੇ ਨੂੰ ਹੰਕਾਰ ਦੀ ਮਾਰ ਪੈਂਦੀ ਪਈ ਹੈ। ਕੋਈ ਹੰਕਾਰ ਦਾ ਮਾਰਿਆ ਪਿਆ,
ਹੁਣ ਆਪਣੇ ਜੀਵਨ ਵਿੱਚ ਝਾਤੀ ਮਾਰੀਏ, ਪੰਜੇ ਸਾਡੇ ਵਿੱਚ ਨੇ, ਅਸੀਂ ਇਹਨਾਂ ਪੰਜਾਂ ਦੇ ਧਾਰਨੀ ਆ, ਪਰ ਸਾਨੂੰ ਇਸ ਗੱਲ ਦਾ ਗਿਆਨ ਹੀ ਨਹੀਂ, ਇਸ ਗੱਲ ਦਾ ਪਤਾ ਨਹੀਂ। ਪਤਾ ਹੋਣ ਦੇ ਬਾਵਜੂਦ ਵੀ ਅਸੀਂ ਇਸ ਗੱਲ ਨੂੰ ਪ੍ਰਵਾਨ ਕਰਨ ਵਾਸਤੇ ਤਿਆਰੀ ਕੋਈ ਨਹੀਂ ਵੀ ਅਸੀਂ ਇਸ ਗੱਲ ਨੂੰ ਪ੍ਰਵਾਨ, ਇੱਕ ਗੱਲ ਨੂੰ ਪ੍ਰਵਾਨ ਕਰਦੇ ਹਾਂ। ਅਸੀਂ ਕਹਿੰਦੇ ਜੀ ਮੈਨੂੰ ਗੁੱਸਾ ਬੜਾ ਆਉਂਦਾ ਹੈ। ਅੱਜ ਦਾ ਮਨੁੱਖ ਕਈ ਵਾਰੀ ਡਾਕਟਰ ਕੋਲ ਵੀ ਜਾਂਦਾ, ਮੈਨੂੰ ਕੋਸ਼ੋ ਦੀ ਗੱਲ ਚੇਤੇ ਆ ਜਾਂਦੀ ਹੈ। ਦੱਸਦੀ ਇੱਕ ਵਿਚਾਰ ਹੈ ਵੀ ਜਿਹਦੇ ਕੋਲੋਂ ਗੁਣ ਮਿਲਦਾ ਹੋਵੇ ਨਾ, ਕਿਤੋਂ ਕੋਈ ਗੁਣ ਦੀ ਗੱਲ ਮਿਲਦੀ ਹੋਵੇ ਤੇ ਉਹਨੂੰ ਗ੍ਰਹਿਣ ਕਰ ਲੈਣਾ ਚਾਹੀਦਾ, ਜਿਹੜੀ ਕੋਈ ਔਗਣ ਵਾਲੀ ਉਹਨੂੰ ਛੱਡ ਦੇਣਾ ਚਾਹੀਦਾ। ਇਹ ਜ਼ਰੂਰੀ ਥੋੜਾ ਵੀ ਜਿਹਦੇ ਵਿੱਚ ਕਈ ਗੁਣ ਹੋਣ ਤੇ ਕੁਝ ਔਗਣ ਵੀ ਹੋ ਸਕਦੇ ਨੇ, ਅਸੀਂ ਔਗਣ ਥੋੜਾ ਗ੍ਰਹਿਣ ਕਰਨੇ ਨੇ, ਅਸੀਂ ਤੇ ਗੁਣ ਗ੍ਰਹਿਣ ਕਰਨੇ ਨੇ। ਹੁਣ ਅੱਜ ਦਾ ਜਿਹੜਾ ਸੰਸਾਰ, ਅੱਜ ਦਾ ਮਨੁੱਖ ਹੈ, ਔਗਣ ਜ਼ਿਆਦਾ ਵੇਖਦਾ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੇ ਆਖਿਆ, ਕੁੱਤੇ ਕੋਲ ਵੀ ਇੱਕ ਗੁਣ ਹੈ, ਉਹ ਲੈ ਲੈ। ਉਹਦੇ ਕੋਲ ਗੁਣ ਕਿਹੜਾ? ਉਹ ਆਪਣੇ ਮਾਲਕ ਦਾ ਦਰ ਨਹੀਂ ਜੇ ਛੱਡਦਾ। ਸੁਆਮੀ ਕੋ ਗ੍ਰਹਿ ਜੋ ਸਦਾ, ਸਵਾਣ ਤਜਤ ਨਹੀਂ ਨਿਤ, ਨਾਨਕ ਇਹ ਵਿਦ ਹਰਿ ਭਜੋ। ਇੱਕ ਮਨ ਹੋਏ, ਇੱਕ ਚਿੱਤ, ਉਹਦੇ ਵਿੱਚ ਉਹ ਇਹ ਗੁਣ ਹੈ ਕਿ ਉਹ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ, ਆਪਣੇ ਪਰਮੇਸ਼ਰ ਦਾ, ਆਪਣੇ ਮਾਲਕ ਦਾ ਦਰ ਛੱਡਦਾ ਨਹੀਂ। ਬੇਸ਼ੱਕ ਭਾਵੇਂ ਉਹਦਾ ਮਾਲਕ ਉਹਨੂੰ ਮਾਰ ਮਾਰ ਕੇ ਭਜਾ ਦੇਵੇ, ਫਿਰ ਭੱਜ ਕੇ ਆ ਜਾਂਦਾ ਹੈ। ਤੇ ਸਾਨੂੰ ਤੇ ਕਿਤੇ ਖਿਮਾ ਕਰਿਓ ਕਹਿਣ ਦਿਆ, ਜੇ ਕਿਤੇ ਸਰੀਰਕ ਦੁੱਖ ਆ ਜਾਏ ਨਾ, ਥੋੜਾ ਜਿਹਾ 4 ਕੁ ਦਿਨ ਆ ਜਾਵੇ ਤੇ ਮੁੜ ਕੇ ਜਾਵੇ ਨਾ, 4 ਕੁ ਦਿਨ ਲੰਘ ਜਾਣ, ਹਫ਼ਤਾ ਲੰਘ ਗਿਆ, ਸਰੀਰਕ ਦੁੱਖ ਆਏ ਨੂੰ, ਫਿਰ ਕੀ ਕਰਦੇ ਆ? ਫਿਰ ਭੱਜ ਦੌੜ ਕਰਨੀ ਸ਼ੁਰੂ ਕਰ ਦਿੰਦੇ ਆ। ਹਾਂ, ਡਾਕਟਰ ਕੋਲ ਜਾਣਾ ਚੰਗੀ ਗੱਲ ਹੈ, ਜਾਣਾ ਚਾਹੀਦਾ, ਦਵਾਈ ਲੈਣੀ ਚਾਹੀਦੀ ਹੈ, ਵੈਦ ਜ਼ਰੂਰੀ ਹੈ, ਪਰ ਜਿਹੜੀ ਅਸੀਂ ਗੁਰੂ ਨੂੰ ਛੱਡ ਕੇ ਹੋਰ ਪਾਸੇ ਦੀ ਭੱਜ ਦੌੜ ਸ਼ੁਰੂ ਕਰ ਦਿੰਦੇ ਆ, ਕਹਿੰਦੇ ਜੀ ਦਵਾਈ ਨਹੀਂ ਲੱਗਦੀ, ਫਿਰ ਕੀ ਕਰਦੇ ਆ? ਫਿਰ ਹੋਰ ਪਾਸੇ ਦੌੜ ਭੱਜ, ਗੁਰੂ ਨੂੰ ਛੱਡ ਕੇ ਰਹੋ। ਵਿਚਾਰ ਇੱਕ ਵੱਖਰਾ ਵਿਸ਼ਾ। 10 ਬੇਨਤੀ ਕਰ ਰਿਹਾ ਸੀ। ਓਸ਼ੋ ਨੂੰ ਕਿਸੇ ਨੇ ਸਵਾਲ ਕੀਤਾ, ਆਖਣ ਲੱਗੇ ਜੀ ਕ੍ਰੋਧ ਬੜਾ ਆਉਂਦਾ ਮੈਨੂੰ। ਆਪਾਂ ਵੀ ਕਹਿੰਦੇ ਆ, ਆਪਾਂ ਵੀ ਡਾਕਟਰ ਨੂੰ ਕਹਿੰਦੇ ਆ, ਕ੍ਰੋਧ ਬੜਾ ਆਉਂਦਾ, ਗੁੱਸਾ ਬੜਾ ਆਉਂਦਾ। ਇਸ ਗੱਲ ਨੂੰ ਅਸੀਂ ਮੰਨਦੇ ਪਏ ਹਾਂ, ਤਕਰੀਬਨ ਮੰਨਦੇ ਪਏ ਹਾਂ। ਓਸ਼ੋ ਨੇ ਜਵਾਬ ਦਿੱਤਾ, ਆਖਣ ਲੱਗਾ ਕਾਮ ਛੱਡ ਦਿਓ। ਕਹਿੰਦੇ ਕਮਾਲ ਦੀ ਗੱਲ ਹੈ, ਮੈਂ ਕਹਿੰਦਾ ਪਿਆ ਮੈਨੂੰ ਕ੍ਰੋਧ ਬੜਾ ਆਉਂਦਾ ਹੈ, ਤੁਸੀਂ ਕਿਹੋ ਜਿਹਾ ਜਵਾਬ ਦਿੱਤਾ? ਮੇਰਾ ਸਵਾਲ ਹੈ ਵੀ ਮੈਨੂੰ ਕ੍ਰੋਧ ਬੜਾ ਆਉਂਦਾ, ਉਹ ਕਹਿੰਦੇ ਜੀ ਲੋਭ ਛੱਡ ਦਿਓ। ਹੱਦ ਹੋ ਗਈ ਹੈ, ਗੱਲ ਮੈਂ ਕ੍ਰੋਧ ਦੀ ਕਰਦਾ ਪਿਆ, ਤੁਸੀਂ ਕਦੇ ਕਹਿੰਦੇ ਹੋ ਕੰਮ ਛੱਡ ਦਿਓ, ਤੁਸੀਂ ਕਦੇ ਕਹਿੰਦੇ ਹੋ ਲੋਭ ਛੱਡ ਦਿਓ। ਉਹਨਾਂ ਆਖਿਆ ਕ੍ਰੋਧ ਦਾ ਕਾਰਨ ਕੀ ਹੈ? ਪਹਿਲਾਂ ਤੇ ਇਹ ਸਮਝਿਆ ਸੀ ਵੀ ਕ੍ਰੋਧ ਦਾ ਕਾਰਨ ਕੀ ਹੈ, ਕ੍ਰੋਧ ਆਉਣ ਦਾ ਕਾਰਨ ਕੀ ਹੈ, ਕਿਸ ਕਾਰਨ ਕਰਕੇ ਕ੍ਰੋਧ ਆਉਂਦਾ ਹੈ। ਕ੍ਰੋਧ ਆਉਂਦਾ, ਕਹਿੰਦੇ ਹੰਕਾਰ ਛੱਡ ਦਿਓ। ਕਮਾਲ ਦੀ ਗੱਲ ਹੈ, ਹੱਦ ਹੋਈ ਪਈ ਹੈ। ਗੱਲ ਕ੍ਰੋਧ ਦੀ ਕਰਦੇ ਪਏ ਆ, ਛੱਡਣ ਨੂੰ ਕੁਛ ਹੋਰ ਕਹਿੰਦੇ ਪਏ ਹੋ। ਕਹਿੰਦੇ ਕ੍ਰੋਧ ਦਾ ਆਪਣੇ ਆਪ ਵਿੱਚ ਕੋਈ ਵਜੂਦ ਨਹੀਂ ਹੋ, ਕ੍ਰੋਧ ਦਾ ਕੋਈ ਕਾਰਨ ਹੈ। ਹੁਣ ਕ੍ਰੋਧ ਦਾ ਕਾਰਨ ਕੀ ਹੈ? ਜਦੋਂ ਲੋਭ ਦੀ ਪੂਰਤੀ ਨਹੀਂ ਹੁੰਦੀ, ਜਦੋਂ ਕੁਛ ਸਾਨੂੰ ਮਿਲਦਾ ਨਹੀਂ, ਅਸੀਂ ਕੁਛ ਚਾਹੁੰਦੇ ਹਾਂ ਤੇ ਉਹ ਸਾਨੂੰ ਪ੍ਰਾਪਤ ਨਹੀਂ ਹੁੰਦਾ, ਉਹ ਸਾਨੂੰ ਮਿਲਦਾ ਨਹੀਂ, ਉਦੋਂ ਕ੍ਰੋਧ ਆਉਂਦਾ ਹੈ। ਮੈਨੂੰ ਖਿਮਾ ਕਰਿਓ, ਆਪਾਂ ਪਰਿਵਾਰਕ ਰੂਪ ਦੇ ਵਿੱਚ ਬੈਠੇ ਹਾਂ, ਜਦੋਂ ਕਾਮ ਦੀ ਪੂਰਤੀ ਨਹੀਂ ਹੁੰਦੀ ਉਦੋਂ ਕ੍ਰੋਧ ਆਉਂਦਾ ਹੈ। ਜਦੋਂ ਕਿਸੇ ਦੇ ਹੰਕਾਰ ਨੂੰ ਠੇਸ ਵੱਜਦੀ ਹੈ, ਕਿਸੇ ਦੇ ਹਉਮੈ ਨੂੰ ਸੱਟ ਮਾਰੋ, ਕਿਸੇ 'ਚ ਬੜੀ ਹਉਮੈ ਹੋਵੇ ਵੀ ਮੈਂ ਤੇ ਇਹ ਕਰਤਾ, ਮੈਂ ਤੇ ਉਹ ਕਰਤਾ, ਤੇ ਤੁਸੀਂ ਕਹੋ ਵੀ ਤੂੰ ਕੀਤਾ ਹੀ ਕੀ ਆਏਗਾ? ਕ੍ਰੋਧ। ਜਦੋਂ ਕਿਸੇ ਦੇ ਹੰਕਾਰ ਨੂੰ ਸੱਟ ਵਜੇ ਉਦੋਂ ਉਸ ਨੂੰ ਕ੍ਰੋਧ ਆਉਂਦਾ ਹੈ। ਜਦੋਂ ਕਿਸੇ ਦੇ ਲੋਭ ਦੀ ਪੂਰਤੀ ਨਾ ਹੋਵੇ ਉਦੋਂ ਕ੍ਰੋਧ ਆਉਂਦਾ ਹੈ। ਇਹ 5 ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤੇ ਸਾਨੂੰ ਤੇ ਲੁੱਟੀ ਜਾਂਦੇ, ਸਾਨੂੰ ਪਤਾ ਨਹੀਂ ਲੱਗਦਾ ਪਿਆ। ਲੁੱਟਦੇ ਕੀ ਪਏ ਨੇ? ਸਾਡੇ ਸ਼ੁਭ ਗੁਣ, ਚੰਗੇ ਗੁਣ। ਮਾਰੈ ਲੂਟੈ ਨੀਤ ਨੀਤ ਕਿਸੀ ਆਗੈ ਕਰੀ, ਪੁਕਾਰ ਜਨਾ ਕਿਹਨੂੰ ਪੁਕਾਰ ਕਰੀਏ, ਕਿਸਨੂੰ ਆਖੀਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੇ ਕਿਤੇ ਸਮਝ ਆ ਜਾਏ ਸਾਨੂੰ ਜੀਉ ਡਰਤਾ ਹੈ ਆਪਣਾ, ਕੈਸੀ ਕਰੀ ਜਿੰਦ ਡਰਦੀ ਪਈ ਹੈ, ਕਿਤੇ ਭੈ ਆ ਜਾਵੇ ਹਾਂ ਅੰਦਰ, ਫਿਰ ਪੁਕਾਰ ਕਿਹਨੂੰ ਕਰੀਏ? ਦੁੱਖ ਵਿਸਾਰਨ ਸੇਵਿਆ। ਸਦਾ ਸਦਾ ਦਾਤਾਰ ਦੇ ਜਾਂ ਦੁੱਖਾਂ ਨੂੰ ਵਿਸਾਰ ਦੇਣ ਵਾਲਾ, ਭੁਲਾ ਦੇਣ ਵਾਲਾ। ਦੁੱਖ ਤੇ ਯਾਦ ਰੱਖਣ ਦਾ ਨਾਂ ਹੀ ਨਾ, ਜੇ ਚੇਤੇ ਨਾ ਰਵੇ। ਕਈ ਵਾਰੀ ਐਸਾ ਹੁੰਦਾ ਨਾ, ਆਪਾਂ ਸਰੀਰਕ ਤੌਰ ਤੇ ਸਾਨੂੰ ਕੋਈ ਮਾਨੋ ਸਿਰ ਦਰਦ ਹੀ ਹੋ ਰਿਹਾ, ਤੇ ਅਸੀਂ ਇਕੱਲੇ ਬੈਠੇ, ਬੜਾ ਸਿਰ ਦਰਦ ਹੋ ਰਿਹਾ, ਕੋਈ ਮਿੱਤਰ ਸੱਜਣ ਆ ਗਏ, 2-4 ਮਿਲਣ ਵਾਸਤੇ ਆ ਗਏ, ਉੱਥੇ ਗੱਲਾਂ ਬਾਤਾਂ ਕਰਨ ਲੱਗ ਪਏ, 2 ਘੰਟੇ ਲੰਘ ਗਏ, ਚੇਤੇ ਹੀ ਨਾ ਰਿਹਾ, ਯਾਦ ਹੀ ਨਾ ਰਿਹਾ ਵੀ ਮੇਰਾ ਸਿਰ ਦਰਦ ਹੁੰਦਾ ਪਿਆ ਸੀ। ਹੁਣ ਯਾਦ ਰੱਖਣ ਦਾ ਨਾਂ ਹੀ ਬਿਮਾਰੀ ਹੈ ਨਾ। ਹੁਣ ਜੇ ਅਸੀਂ ਯਾਦ ਹੀ ਬਿਮਾਰੀ ਨੂੰ ਰੱਖਾਂਗੇ ਤੇ ਫਿਰ ਬਿਮਾਰੀ ਨਹੀਂ ਚੇਤੇ ਰਹਿਣਾ। ਤੇ ਜੇ ਚੇਤੇ ਗੁਰੂ ਨੂੰ ਰੱਖਣਾ, ਜਿਹੜਾ ਦੁੱਖਾਂ ਨੂੰ ਵਿਸਾਰ ਦੇਣ ਵਾਲਾ ਹੈ, ਦੁੱਖਾਂ ਨੂੰ ਭੁਲਾ ਦੇਣ ਵਾਲਾ ਹੈ, ਜਿਹਨੂੰ ਚੇਤੇ ਕੀਤਿਆਂ ਦੁੱਖ ਭੁੱਲ ਜਾਂਦੇ ਨੇ, ਜਿਹੜਾ ਸਦਾ ਵਾਸਤੇ ਹੀ ਦਾਤਾਰ ਹੈ। ਇਹ ਨਹੀਂ ਵੀ ਕੱਲ ਦਾਤਾਰ ਸੀ, ਕੱਲ ਦਾਤਾ ਸੀ, ਅੱਜ ਨਹੀਂ। ਉਹ ਦਾਤਾ ਨਹੀਂ, ਉਹ ਜਿਹੜਾ ਕੱਲ ਦਾਤਾ ਸੀ ਅੱਜ ਮੰਗਤਾ ਬਣਿਆ ਫਿਰਦਾ, ਉਹਨੂੰ ਦਾਤਾ ਮਤ ਕਿਤੇ ਜਾਣੀਏ। ਜਿਹੜਾ ਕੱਲ ਆਪਣੇ ਆਪ ਨੂੰ ਦਾਤਾ ਸਮਝਦਾ ਪਿਆ ਸੀ, ਕਰੋੜਾਂ ਪੈਰੋਕਾਰ ਸੀ, ਲੱਖਾਂ ਪੈਰੋਕਾਰ ਸੀ, ਅੱਜ ਇੱਕ ਵੀ ਨਹੀਂ ਹੋ ਤੇ ਅੱਜ ਆਪ ਵੀ ਮੰਗਤਾ ਬਣਿਆ ਫਿਰਦਾ, ਉਸ ਵਰਗੇ ਨੂੰ ਕਿਸੇ ਦਾਤਾ ਨਾ ਬਣਾ ਲਈਏ। ਜਿਹੜਾ ਸਦਾ ਸਦਾ ਦਾਤਾਰ ਹੈ, ਜਿਹੜਾ ਦੁੱਖਾਂ ਨੂੰ ਭੁਲਾ ਦੇਣ ਵਾਲਾ, ਜਿਹਨੂੰ ਚੇਤੇ ਕੀਤਿਆਂ ਦੁੱਖ ਭੁੱਲਦੇ ਨੇ। ਰੱਬ ਨੂੰ ਚੇਤੇ ਕਰਨ ਦਾ, ਪਰਮੇਸ਼ਰ ਨੂੰ ਯਾਦ ਕਰਨ ਦਾ ਫਾਇਦਾ ਕੀ ਜੇ, ਲਾਭ ਕੀ ਜੇ? ਸਵਾਲ ਹੁੰਦਾ ਹੈ ਨਾ, ਪਰਮੇਸ਼ਰ ਦੀ ਸਿਫਤ ਸਲਾਹ ਕਰਨ ਦਾ ਫਾਇਦਾ ਕੀ ਹੈ? ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਪਰਮੇਸ਼ਰ ਦੀ ਸਿਫਤ ਸਲਾਹ ਕੀਤਿਆਂ ਦੁੱਖ ਭੁੱਲਦੇ ਨੇ, ਉਹਨੂੰ ਚੇਤੇ ਕੀਤਿਆਂ ਸੁੱਖ ਆਉਂਦੇ ਨੇ। ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁੱਖ, ਜਿਸ ਤੂੰ ਆਵੇ ਚਿੱਤ ਤਿਸ ਚ ਨਾਹੀਂ ਦੁੱਖ, ਜਿਸ ਤੂੰ ਆਵੇ ਚਿੱਤ ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਦੁੱਖ ਵਿਸਾਰਿਆ। ਉਹਨੂੰ ਚੇਤੇ ਕੀਤਿਆਂ ਦੁੱਖ ਭੁੱਲ ਜਾਂਦੇ ਨੇ। ਸਤਿਗੁਰੂ ਜੀ ਕਿਰਪਾ ਕਰਨ ਲੱਗੇ, ਆਖਣ ਲੱਗੇ, ਮਾਰੈ ਲੂਟਾ ਨੀਤ ਨੀਤ ਕਿਸੀ ਆਗੇ, ਕਰੀ ਪੁਕਾਰ ਜਨਾ ਸ਼੍ਰੀ ਰਾਮ ਨਾਮਾ ਉਚਰ ਮਨਾ। ਕੀ ਕਰਿਆ ਕਰ? ਸ਼੍ਰੀ ਸ਼੍ਰੋਮਣੀ, ਉਹ ਪ੍ਰਭੂ ਪਰਿਪੂਰਨ ਪਰਮਾਤਮਾ ਪਰਮੇਸ਼ਰ ਦਾ ਨਾਮ, ਉਸ ਰਮੇ ਹੋਏ ਦਾ ਨਾਮ, ਜਿਹੜਾ ਦਲ ਥਲ ਮਹੀਲ ਪੂਰਿਆ, ਰਵਿਆ ਵਿੱਚ ਬਣਾ, ਉਹਨੂੰ ਚੇਤੇ ਕਰਨਾ। ਸ਼੍ਰੀ ਰਾਮ ਨਾਮਾ ਉਚਰ ਮਨਾ, ਆਗੇ ਜਮ ਦਲ ਬਿਖਮ ਘਣਾ, ਕੇ ਜੰਮਾਂ ਦਾ ਦਲ ਬੜਾ ਤਕੜਾਈ। ਜੇ ਉਸ ਦਲ ਤੋਂ ਬਚਣਾ ਚਾਹੁੰਦਾ ਹੈ ਤੇ ਫਿਰ ਉਸ ਪ੍ਰਭੂ ਪਰਿਪੂਰਨ ਪਰਮਾਤਮਾ ਪਰਮੇਸ਼ਰ ਨੂੰ ਚੇਤੇ ਕਰਿਆ ਕਰ ਰਹਾ ਹੋ। ਉਹ ਸਾਰ ਮੜੋਲੀ ਰਾਖੈ ਦਵਾਰਾ, ਭੀਤਰ ਬੈਠੀ ਸਾਧਨਾ। ਸਰੀਰ ਰੂਪੀ ਪੜੋਲੀ, ਇਹ ਸਰੀਰ ਰੂਪੀ ਮੱਠ ਵਿਦਵਾਨਾਂ ਨੇ ਆਪੋ ਆਪਣੀ ਮਤ ਅਨੁਸਾਰ ਇਹਦੇ ਮੜੋਲੀ ਸ਼ਬਦ ਦੇ ਅਰਥ ਕੀਤੇ ਨੇ। ਇਹ ਦੇਹ ਬਣਾਈ ਉਸ ਪ੍ਰਭੂ ਪਰਿਪੂਰਨ ਪਰਮਾਤਮਾ ਪਰਮੇਸ਼ਰ ਨੇ, ਉਸਨੇ ਬਣਾਈ ਨਾ ਦੇਹ, ਮਾਲਕ ਨੇ। ਤੇ ਦੇਹ ਬਣਾ ਕੇ ਜਦੋਂ ਆਪਾਂ ਘਰ ਬਣਾਈਏ, ਦਰਵਾਜ਼ੇ ਰੱਖਦੇ ਆ ਨਾ, ਬੂਹੇ ਬਾਰੀਆਂ ਰੱਖਦੇ ਆ, ਤਾਕੀਆਂ ਰੱਖਦੇ ਆ, ਰੋਸ਼ਨਦਾਨ ਰੱਖਦੇ ਆ। ਉਸ ਮਾਲਕ ਨੇ ਵੀ ਇਹ ਸਰੀਰ ਬਣਾ ਕੇ ਨਾ, ਜਿਉ ਪਾਏ ਪਿੰਡ ਜਿਨ ਸਾਜਿਆ, ਇਹ ਪਿੰਡ ਬਣਾਇਆ। ਇਸ ਦੇਹ ਨੂੰ ਹੀ ਪਿੰਡ ਆਖਿਆ ਗਿਆ। ਇਸ ਪਿੰਡ ਪਾਏ ਪਿੰਡ ਬਣਾਇਆ, ਤੇ ਇਸ ਪਿੰਡ ਦੇ 10 ਦਰਵਾਜ਼ੇ ਲਾਏ। 9 ਜਿਹੜੇ ਪ੍ਰਗਟ ਨੇ, 9 ਬਾਰੇ ਸਾਨੂੰ ਪਤਾ ਹੈ। ਸਤਿਗੁਰੂ ਜੀ ਦੀ ਬਾਣੀ ਦੁਆਰਾ ਵੀ ਨਿਤ ਪ੍ਰਤੀ ਪੜ੍ਹਦੇ ਆ, 9 ਦੁਆਰੇ ਪ੍ਰਗਟ ਕੀਏ। 9 ਕਿਹੜੇ ਕਿਹੜੇ ਨੇ ਸਾਨੂੰ ਸਭ ਨੂੰ ਪਤਾ, ਉਹਦੇ ਬਾਰੇ ਵਿਸਥਾਰ ਦੀ ਲੋੜ ਨਹੀਂ। ਮਾਲਕ ਨੇ ਸਰੀਰ ਸਾਜਿਆ, ਇਹ ਸਰੀਰ ਰੂਪੀ ਮੱਠ ਬਣਾਇਆ, ਤੇ ਸਰੀਰ ਰੂਪੀ ਮੱਠ ਬਣਾ ਕੇ ਇਹਦੇ ਵਿੱਚ ਜਿੰਦ ਰੂਪੀ ਇਸਤਰੀ ਪਾਤੀ।
ਭੀਤਰ ਬੈਠੀ ਸਾ ਧਨਾ ਤੇ ਧਨ ਕਾ ਇਸਤਰੀ ਨੂੰ ਸਰੀਰ ਬਣਾਇਆ, ਪਿੰਡ ਬਣਾਇਆ ਮਾਲਕ ਨੇ, ਮੜੂਲੀ ਬਣਾਈ, ਇਹ ਮੱਠ ਬਣਾਇਆ। ਇਸ ਮੱਠ ਨੂੰ ਦਰਵਾਜ਼ੇ ਵੀ ਲਾਏ ਤੇ ਇਸ ਮੱਠ ਦੇ ਅੰਦਰ ਜੀਵ ਰੂਪੀ ਇਸਤਰੀ ਬਿਠਾ ਦਿੱਤੀ। ਪਰ ਜੀਵ ਰੂਪੀ ਇਸਤਰੀ ਨੂੰ ਇੱਕ ਗੱਲ ਕਿਹਾ ਵੀ ਇਹ ਜੀਵ ਰੂਪੀ ਇਸਤਰੀ ਵੀ ਇਹ ਜਿਹੜੇ ਮੱਠ 'ਚ ਤੈਨੂੰ ਬਿਠਾਇਆ ਹੈ ਨਾ, ਇਹ ਸਰੀਰ 'ਚ ਤੈਨੂੰ ਬਿਠਾਇਆ ਹੈ, ਇਹ ਨਾਸ਼ਵਾਨ ਹੈ। ਜਿੰਦ ਨਾਸ਼ਵਾਨ ਨਹੀਂ ਹੋ, ਜੀਵਾਤਮਾ ਨਾਸ਼ਵਾਨ ਨਹੀਂ ਹੋ, ਸਰੀਰ ਨਾਸ਼ਵਾਨ ਹੈ। ਜੀਵਾਤਮਾ ਨੂੰ ਇਹ ਗੱਲ ਸਮਝਾਈ ਜਾਂਦੀ ਹੈ, ਅੱਜ ਵੀ ਕਿਹਾ ਜਾਂਦਾ ਹੈ, ਅੱਜ ਵੀ ਆਪਾਂ ਸੁਣਦੇ ਹਾਂ ਕਿ ਇਹ ਜਿਹੜਾ ਸਰੀਰ ਨਾਸ਼ਵਾਨ ਹੈ, ਕਿ ਜਿੰਦ ਵੀ ਨਾਸ਼ਵਾਨ ਹੈ। ਜਿੰਦ ਤੇ ਨਾਸ਼ਵਾਨ ਨਹੀਂ ਹੋ, ਜਿੰਦ ਵਿੱਚ ਤੇ ਤਬਦੀਲੀ ਹੈ, ਇਸ ਸਰੀਰ ਚੋਂ ਨਿਕਲੀ ਕਿਸੇ ਹੋਰ 'ਚ ਪੈ ਜਾਏਗੀ, ਹੋਰ ਚੋਂ ਨਿਕਲੀ ਕਿਸੇ ਹੋਰ ਦੇ ਵਿੱਚ ਪੈ ਜਾਏਗੀ। ਪਰ ਇਸ ਜਿੰਦ ਨੂੰ ਭੁਲੇਖਾ ਪੈ ਗਿਆ, ਸਾਨੂੰ ਭੁਲੇਖਾ ਪੈ ਗਿਆ, ਇਹ ਜੀਵ ਇਸਤਰੀ ਨੂੰ ਭੁਲੇਖਾ ਪੈ ਗਿਆ ਵੀ ਅਸੀਂ ਅੰਮ੍ਰਿਤ ਹਾਂ, ਅਸੀਂ ਅਮਰ ਹਾਂ, ਅਸੀਂ ਮਰਨਾ ਨਹੀਂ, ਅਸੀਂ ਕਦੇ ਮੁੱਕਣਾ ਨਹੀਂ। ਕਾਰਨ ਕੀ ਕਾਰਨ ਹੋਇਆ ਕਿ ਪੰਜਾਂ ਨੇ ਸਾਡੇ ਉੱਤੇ ਹਾਵੀ ਹੋ ਗਏ। ਵੱਡਾ ਕਾਰਨ ਹੀ ਇਹ ਬਣਿਆ ਕਿ ਅੰਮ੍ਰਿਤ ਕੇਲ ਕਰੇ ਨਿਤ ਕਾਮਣ। ਇਹ ਸਰੀਰ ਐ ਖੇਡਾਂ ਕਰਨ ਲੱਗ ਪਿਆ, ਇਹ ਜਿੰਦ ਐ ਖੇਡਾਂ ਕਰਨ ਲੱਗ ਪਈ, ਇਹ ਜਿੰਦ ਐ ਵਿਚਰਨ ਲੱਗ ਪਈ ਜਿਵੇਂ ਮੈਂ ਮਰਨਾ ਹੀ ਨਹੀਂ, ਜਿਵੇਂ ਮੈਂ ਸੰਸਾਰ ਨੂੰ ਤਿਆਗ ਕੇ ਜਾਣਾ ਹੀ ਨਹੀਂ, ਇੱਥੇ ਹੀ ਪੱਕੀ ਸदैवी ਹਾਂ। ਬੜਿਆਂ ਨੂੰ ਭੁਲੇਖਾ ਪਿਆ ਏ, ਪਰ ਹਰਕ ਦਾ ਭੁਲੇਖਾ ਮਾਲਕ ਨੇ ਕੱਢਤਾ। ਹਰਨਾਕਸ਼ ਵਰਗੇ ਨੂੰ ਭੁਲੇਖਾ ਪੈ ਗਿਆ, ਰਾਵਣ ਵਰਗੇ ਨੂੰ ਭੁਲੇਖਾ ਪਿਆ। ਹੋਰ ਕਿੰਨੀਆਂ ਕੁ ਉਦਾਹਰਨਾਂ ਲਈਏ। ਅਫਲਾਤੂਨ ਵਰਗੇ ਨੂੰ ਭੁਲੇਖਾ ਪੈ ਗਿਆ ਵੀ ਮੈਂ ਕਿਹੜਾ ਇਸ ਸਰੀਰ ਨੂੰ ਤਿਆਗਣਾ ਛੱਡਣਾ, ਇਹ ਤੇ ਪੱਕਾ ਹੀ ਹੈ। ਕਿਉਂ ਵਿਕਾਰਾਂ ਵਿੱਚ, ਕਿਉਂ ਖੇਡਾਂ ਵਿੱਚ ਕਿਉਂ ਫਸ ਗਈ ਇਹ ਜਿੰਦ। ਕਹਿੰਦੇ ਆਪਣੇ ਆਪ ਨੂੰ ਅਮਰ ਸਮਝ ਬੈਠੀ। ਅੰਮ੍ਰਿਤ ਕੇਲ, ਧਿਆਨ ਨਾਲ ਸੁਣਿਓ ਪੰਕਤੀ ਨੂੰ। ਕਰੇ ਨਿਤ ਕਾਮਣ ਅਵਰ ਲੁਟੇਨ ਸੋ ਪੰਚ ਜਨਾ। ਇਹ ਕੇਲਾਂ ਵਿੱਚ ਪੈ ਗਈ ਜਿੰਦ, ਖੇਡਾਂ ਵਿੱਚ ਪੈ ਗਈ। ਮਨੁੱਖ ਸੰਸਾਰ ਦੇ ਮੋਹ ਵਿੱਚ ਖੇਡ ਕੀ ਹੈ? ਕਈ ਤਰ੍ਹਾਂ ਦੀਆਂ ਖੇਡਾਂ ਨੇ, ਜਿਹੜੀਆਂ ਖੇਡਾਂ ਜਿਹੜੇ ਖੇਡਾਂ ਦੇ ਵਿੱਚ ਅਸੀਂ ਪਏ ਹੋਏ ਹਾਂ। ਕੌਤਕ ਕੋਡ ਤਮਾਸ਼ਿਆ ਚਿਤਨ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰ ਏ, ਉਜੜ ਸੋਈ ਥਾਓ। ਕਿਹੜੀਆਂ ਖੇਡਾਂ ਵਿੱਚ ਪੈ ਗਿਆ ਕਿ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਝੂਠ ਸਮਗਰੀ ਪੇਖ ਸੱਚ ਕਰ ਜਾਣਿਆ। ਕਾਮ ਕ੍ਰੋਧ ਹੰਕਾਰ ਫਿਰੈ ਦੇ ਵਾਨਿਆ। ਸਮਾਂ ਨਹੀਂ ਇਜਾਜ਼ਤ ਦਿੰਦਾ। ਅੱਗੇ ਵਧਾ। ਦੋ ਬੰਦ ਇਸ ਸ਼ਬਦ ਦੇ ਹੋਏ ਨੇ। ਇਸੇ ਪ੍ਰਕਰਨ ਨੂੰ, ਇਸੇ ਵਿਚਾਰ ਨੂੰ ਜੋ ਪੌੜੀ ਆਪਾਂ ਪੜ੍ਹਦੇ ਪਏ ਹਾਂ, ਝੂਠ ਸਮੱਗਰੀ ਪੇਖ ਸੱਚ ਕਰ ਜਾਣੇ ਆ, ਇਸੇ ਵਿਚਾਰ ਨੂੰ ਲੈ ਕੇ ਕੱਲ ਦੇ ਦੀਵਾਨ ਦੇ ਵਿੱਚ ਅੱਗੇ ਵਧਣ ਦਾ ਯਤਨ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਰਹਿਮਤ ਕਰਨ। ਇਸੇ ਤਰ੍ਹਾਂ ਗੁਰਬਾਣੀ, ਗੁਰ ਸ਼ਬਦ, ਸੇਵਾ ਸਿਮਰਨ, ਗੁਣ ਇਤਿਹਾਸ ਦੇ ਨਾਲ ਜੋੜੀ ਰੱਖਣ, ਤਾਂ ਜੋ ਸਾਡੇ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੀ। ਇਹ ਅਵਸਥਾ ਨੂੰ ਪ੍ਰਾਪਤ ਹੋ ਜਾਈਏ। ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਸਤਿਕਾਰ ਸਹਿਤ ਫਤਿਹ ਦਾ ਜਵਾਬ। ਫਤਿਹ 'ਚ ਕੋਈ ਰਸਨਾ ਵਾਂਝੀ ਨਾ ਰਵੇ, ਕਹਿਣਾ ਕਰ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ।
Agam Records presents ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। Agam Records presents ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਜਿੱਤੇ ਬਾਬਾ ਪੈਰ ਤਰੇ, ਜਿੱਤੇ ਬਾਬਾ ਪੈਰ ਤਰੇ, ਜਿੱਤੇ ਬਾਬਾ ਪੈਰ ਤਰੇ, ਜਿੱਤੇ ਬਾਬਾ ਪੈਰ ਤਰੇ। ਸਿੰਘ ਰੈਕਾਰਡਸ ਦਾ ਧਾਰਮਿਕ ਉਪਰਾਲਾ। हर बिन अब न जाना, पया दीवाना शाह का नानक गोराना, पया दीवाना शाह का नानक गोराना। Agam Records presents ਤੇ ਗੁਰਮੁਖੋ ਕੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣੇ ਆ? ਇਹ ਸਾਡੇ ਅੰਦਰ ਵਿਚਾਰ ਆਉਣੀ ਚਾਹੀਦੀ ਏ। ਅੱਜ ਦੀ ਜਨਰੇਸ਼ਨ ਜਿਹੜੀ ਏ, ਮੈਂ ਵੇਖਿਆ ਉੱਥੇ ਜਾ ਕੇ ਠੰਡੇ ਬੁਰਜ ਤੇ ਵੀ ਸੈਲਫੀਆਂ ਲੈਂਦੇ ਫਿਰਨਗੇ। ਗੁਰਮੁਖੋ ਜਿੱਥੇ ਸਾਡੇ ਬਾਬਿਆਂ ਦਾ ਖੂਨ ਡੁੱਲਾ, ਉੱਥੇ ਜਾ ਕੇ ਵੀ ਸਾਨੂੰ ਚੇਤਾ ਨਹੀਂ ਆਉਂਦਾ ਕਿ ਉਹਨਾਂ ਨੇ ਸਾਡੇ ਵਾਸਤੇ ਕੀਤਾ ਕੀ ਏ। Agam Records presents ਸੁਹਾਵੀ ਕੌਣ ਸੁਵੇਲਾ, ਸੁਹਾਵੀ ਕੌਣ ਸੁਵੇਲਾ, ਸੁਹਾਵੀ ਕੌਣ ਸੁਵੇਲਾ, ਜਿਤ ਪ੍ਰਭ ਮੇਲਾ, ਜਿਤ ਪ੍ਰਭ ਮੇਲਾ, ਸੁਹਾਵੀ ਕੌਣ ਸੁਵੇਲਾ। ਫਤਿਹ ਟੀਵੀ ਦਾ ਧਾਰਮਿਕ ਉਪਰਾਲਾ। ਵੱਡੇ ਮੇਰੇ ਸਾਹਿਬਾ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ, ਗਹਿਰ ਗੰਭੀਰਾ, ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ। ਮਾਤਰ ਪਿਤਾ ਨੂੰ ਮਿਲਣ ਵਧਾਈਆਂ, ਪਿਤਾ ਕਾਲੂ ਘਰ ਖੁਸ਼ੀਆਂ ਆਈਆਂ, ਤਲਵੰਡੀ ਵਿੱਚ ਝੂਮ ਝੂਮ ਕੇ, ਤਲਵੰਡੀ ਵਿੱਚ ਝੂਮ ਝੂਮ ਕੇ ਜੀ ਰਿਹਾ ਹਰ ਗਾ। ਜਗ ਦਾ ਸਾਰਨ ਆਇਆ ਵੀਰ ਨਾਨਕੀ ਦਾ, ਜਗ ਦਾ ਸਾਰਨ ਆਇਆ ਵੀਰ ਨਾਨਕੀ ਦਾ, ਵੀਰ ਨਾਨਕੀ ਦਾ। Agam Records presents ਸਭ ਨਾਏ ਹੋ ਪਿਆਣਾ, ਸਾਹਿਬ ਸਿਮਰੋ ਮੇਰੇ ਭਾਈ ਹੋ, ਮੇਰੇ ਭਾਈ ਹੋ, ਸਾਹਿਬ ਸਿਮਰੋ ਮੇਰੇ ਭਾਈ ਹੋ। Agam Records presents ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ, ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ, ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਗੁਰੂ ਅਰਜਨ ਦੇਵ ਮਹਾਰਾਜ ਬੇਨਤੀ ਕਰ ਰਹੇ ਹਨ, ਕੋਈ ਸੁਣ ਲਵੇ ਕਮਾ ਲਵੇ, ਉਹਦਾ ਭਲਾ ਹੋ ਜਾਏਗਾ, ਉਧਾਰ ਹੋ ਜਾਏਗਾ, ਲੋਕ ਪਰਲੋਕ ਦੀ ਸੁਖ ਪ੍ਰਾਪਤ ਕਰ ਲਵੇਗਾ। ਸੁਣੋ ਮੇਰੇ ਮੀਤਾ ਕਿ ਇਸ ਜੀਵਨ ਨੂੰ ਸਫਲਿਆਂ ਬਣਾਉਣ ਦੇ ਲਈ ਸਦਾ ਜਪਦੇ ਰਹੀਏ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਮਿਲ ਕਾਜ ਸਵਾਰੇ, ਮਨ ਗੁਰੂ ਮਿਲ ਕਾਜ ਸਵਾਰੇ।
Records presents कल तारन गुरु नानक आया, कल तारन गुरु नानक आया, गुरु नानक आया, गुरु नानक आया, गुरु नानक। ਫਤਿਹ ਟੀਵੀ ਦਾ ਧਾਰਮਿਕ ਉਪਰਾਲਾ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ। ਪ੍ਰਭ ਜੀਓ ਤੂੰ। Agam Records presents ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਜਿੱਤੇ ਬਾਬਾ ਪੈਰ ਤਰੇ, ਜਿੱਤੇ ਬਾਬਾ ਪੈਰ ਤਰੇ, ਜਿੱਤੇ ਬਾਬਾ ਪੈਰ ਤਰੇ, ਜਿੱਤੇ ਬਾਬਾ ਪੈਰ ਤਰੇ। Agam Records presents ਸੋਹਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ। ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। करता तू मेरा जजमान, एक दखना होते पहमांगो, दे अपना। Agam Records presents ਗੁਰੂ ਨਾਨਕ ਜਗ ਮਾਹਿ ਪਠਾਇਆ, ਕਲ ਤਾਰਣ ਗੁਰੂ ਨਾਨਕ ਆਇਆ, ਕਲ ਤਾਰਣ ਗੁਰੂ ਨਾਨਕ ਆਇਆ। BR ਰਿਕਾਰਡਸ ਦਾ ਧਾਰਮਿਕ ਉਪਰਾਲਾ। ਸਤਿਗੁਰ ਨਾਨਕ ਪਾਰ ਗਟਿਆ, ਸਤਿਗੁਰ ਨਾਨਕ ਪਾਰ ਗਟਿਆ, ਸਤਿਗੁਰ ਨਾਨਕ ਪਾਰ ਗਟਿਆ, ਸਤਿਗੁਰ ਨਾਨਕ ਪਾਰ ਗਟਿਆ। ਮਿੱਟੀ ਧੁੰਦ ਜਗ ਚਾਨਣ ਹੋਆ। Agam Records presents ਦੁਨੀਆ ਦੇ ਕਰਤਿਆਂ ਦੀ ਗੱਲ ਕਰੀਏ, ਬਣਾਉਣ ਵਾਲਿਆਂ ਦੀ ਗੱਲ ਕਰੀਏ, ਕਿਸੇ ਨੇ ਪੱਖਾ ਬਣਾਇਆ, ਕਿਸੇ ਨੇ ਹੋਰ ਚੀਜ਼ ਬਣਾਈ, ਪਰ ਉਹਦੇ ਵਿੱਚ ਰਹਿੰਦਾ ਨਹੀਂ, ਉਹਦੇ ਵਿੱਚ ਵਸਦਾ ਨਹੀਂ। ਬਿਲਡਿੰਗ ਬਣਾਉਣ ਵਾਲੇ ਨੇ ਬਿਲਡਿੰਗ ਬਣਾਈ, ਪਰ ਉਹਦੇ ਵਿੱਚ ਵਸਦਾ ਨਹੀਂ। ਇਹ ਕੇਵਲ ਇੱਕ ਪਰਮਾਤਮਾ ਦਾ ਰੂਪ ਹੈ, ਪਰਮਾਤਮਾ ਦਾ ਸੁਭਾਅ ਹੈ ਕਿ ਜੋ ਪਰਮਾਤਮਾ ਨੇ ਕ੍ਰੀਏਟ ਕੀਤਾ, ਬਣਾਇਆ, ਜਿਸ ਨੂੰ ਪੈਦਾ ਕੀਤਾ, ਉਹਦੇ ਵਿੱਚ ਵਸਦਾ ਵੀ ਹੈ। Agam Records presents ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ। ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ। करता तू मेरा जजमान, एक दखना होते पहमांगो, दे अपना। Agam Records presents ਸਭ ਚਿੰਤਾ ਗਣਤ ਮਿਟਾਈ, ਬਾਬਾ ਨਾਨਕ ਪ੍ਰਭ ਸ਼ਰਨਾਈ, ਬਾਬਾ ਨਾਨਕ ਪ੍ਰਭ ਸ਼ਰਨਾਈ। ਸਭ ਚਿੰਤਾ ਗਣਤ ਮਿਟਾਈ, ਸਭ ਚਿੰਤਾ ਗਣਤ ਮਿਟਾਈ, ਬਾਬਾ ਨਾਨਕ
प्रभु शरनाई। Agam Records presents सब चिंता गणत मिटाई, बाबा नानक प्रभु शरनाई। बाबा नानक प्रभु शरनाई। सब चिंता गणत मिटाई, सब चिंता गणत मिटाई, बाबा नानक प्रभु शरनाई। BR ਰਿਕਾਰਡਸ ਦਾ ਧਾਰਮਿਕ ਉਪਰਾਲਾ। ਜੇ ਬਾਬਾ ਪੈਰ ਧਰੇ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਨ ਥਾਪਨ